अस्सलाम वालेकुम। मैं हूं साकिब मुश्ताक। आप देख रहे हैं साकिब मुश्ताक की दुनिया। अज तुहानू मैं पिंड दा माहौल थोड़ा विखावांगा कि लोग किस तरह अपनी हांडी रोटी पकाउंदे ने। ਇਹ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਨੇ, ਇਹਨੂੰ ਇੱਥੇ ਚੱਕਾਂ ਵਿੱਚ ਬਾਲਣ ਕਹਿੰਦੇ ਆ ਤੇ ਉਰਦੂ ਵਿੱਚ ਇੰਧਨ ਕਹਿੰਦੇ ਆ। ਇਹਦੇ ਨਾਲ ਹਾਂਡੀ ਰੋਟੀ ਪੱਕਦੀ ਆ। ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਗੈਸ ਦਾ ਇਸਤੇਮਾਲ ਹੁੰਦਾ, ਲੇਕਿਨ ਚੱਕਾਂ ਦੇ ਵਿੱਚ ਇਸ ਤੋਂ ਬਗੈਰ ਹਾਂਡੀ ਰੋਟੀ ਪੱਕਣਾ ਨਾਮੁਮਕਿਨ ਆ। ਬਾਰਿਸ਼ ਬਹੁਤ ਜ਼ਿਆਦਾ ਹੋਈ ਸੀ, ਜਿਹਦੀ ਵਜ੍ਹਾ ਤੋਂ ਇਹ ਬਾਲਣ ਗਿੱਲਾ ਹੋ ਗਿਆ ਹੈ। ਇਸ ਵਕਤ ਗਰਮੀ ਬਹੁਤ ਜ਼ਿਆਦਾ। ਇਹ ਤਿੰਨੇ ਭਾਈ ਜਿਹੜੇ ਆ ਪਸੀਨੇ ਨਾਲ ਭਿੱਜੇ ਹੋਏ, ਇਹਨਾਂ ਦੇ ਕੱਪੜੇ ਪੂਰੇ ਭਿੱਜੇ ਹੋਏ ਨੇ। ਇਹ ਪਸੀਨਾ ਕੋਈ ਨਹਾਤੇ ਨਹੀਂ ਹੋਏ, ਯਾਨੀ ਕਿ ਸਖਤ ਮਿਹਨਤ ਇਹਨਾਂ ਨੂੰ ਕਰਨੀ ਪੈ ਰਹੀ ਹੈ ਹੁਣ ਆਪਣੀ ਹਾਂਡੀ ਰੋਟੀ ਵਾਸਤੇ। ਇਹ ਭਾਈ ਹੁਣਾਂ ਨਾਲ ਅਸੀਂ ਗੱਲ ਕਰਦੇ ਹਾਂ। ਹੋ ਰਿਹਾ ਇਹ ਬਾਜੀ ਕੀ ਦੱਸਾਂ ਤੈਨੂੰ, ਇਹ ਲੰਗਰ ਪਾਣੀ ਦਾ ਇੰਤਜ਼ਾਮ ਹੋ ਰਿਹਾ ਜੀ। ਲੰਗਰ ਪਾਣੀ ਤੁਮਰਾਜ ਜੀ ਕੀ ਜੀ? ਲੰਗਰ ਪਾਣੀ ਦਾ ਜਿਹੜਾ ਆਪ ਰੋਟੀ ਛੋਟੀ ਖਾਈ ਦੀ ਆ ਭਾਈ। ਨਹੀਂ ਇਹ ਤੇ ਬਾਲਣ ਉਹ ਇਹ ਬਾਲਣ ਨਾਲ ਤੇ ਹਾਂਡੀ ਪੱਕਣੀ ਆ ਸਾਡੀ ਭਾਈ। ਇਹ ਸਾਡੇ ਵਾਸਤੇ ਸਾਜੀਏ ਗੈਸ ਹੀ ਇਹ ਆ। ਅੱਛਾ ਅੱਛਾ, ਆਪਣੇ ਇੱਥੇ ਗੈਸ ਦੀ ਸਹੂਲਤ ਕੋਈ ਨਹੀਂ? ਕੌਣ ਦਿੰਦਾ ਮਾੜੇ ਬੰਦੇ ਨੂੰ ਗੈਸ ਲੱਭਣ ਦਿਆ ਇੱਥੇ? ਇਹ ਸਾਡਾ ਬਾਲਣ ਹੀ ਸਾਡੇ ਕੰਮ ਆਉਣਾ, ਦਾਦੇ ਪੋਤਿਆਂ ਤੋਂ ਚੱਲ ਰਿਹਾ ਜੀ ਇਹ। ਅੱਛਾ ਹਾਂ, ਇਹ ਚੱਲਣਾ ਵਾ ਮਰਦਿਆਂ ਦਮ ਤੱਕ। ਤੇ ਅੱਜ ਕੱਲ ਜ਼ਿਮੀਂਦਾਰ ਦੇ ਹਾਲਾਤ ਕੀ ਚੱਲ ਰਹੇ ਆ? ਜ਼ਿਮੀਂਦਾਰ ਦੇ ਹਾਲਾਤ ਕੀ ਨੇ? ਸਾਰੇ ਬੁੱਢੇ ਪਏ ਨੇ ਜ਼ਿਮੀਂਦਾਰ। ਉਹ ਕਿਸ ਵਜ੍ਹਾ ਤੋਂ? ਬਸ ਕੋਈ ਸਲਾਬ ਆਇਆ ਖਲੋਤਾ ਵਾ, ਕੋਈ ਬਾਰਿਸ਼ਾਂ ਦੀ ਵਜ੍ਹਾ ਨਾਲ ਸਾਰੇ ਜ਼ਿਮੀਂਦਾਰ ਜਿਹੜੇ ਦੁਆਰੇ ਠੁੱਸ ਹੋਏ ਖਲੋਤੇ ਨੇ। ਆਪਣੇ ਨਰਮੇ ਦਾ ਕੀ ਹਾਲਾਤ ਨੇ? ਨਰਮੇ ਦੀ ਕੰਡੀਸ਼ਨ ਜਿਹੜੀ ਹੈ ਕੋਈ ਨਹੀਂ ਹੈ ਭਾਈ, ਬਸ ਐਵੇਂ 15% ਨਰਮਾ ਖੜਾ। ਇਹ ਆਪਣਾ ਹੀ ਨਰਮਾ ਜੀ? ਇਹ ਆਪਣਾ ਹੀ ਨਰਮਾ ਵਾ, ਵੇਖ ਲਾ। ਇਹ ਪਿੰਡ ਦੇ ਨਹੀਂ ਆਈਆਂ। ਠੀਕ। ਇਹ ਕਿਹੜਾ ਬੀਜ ਬੀਜਿਆ ਜੀ? ਇਹ ਬੀਜ ਹੈਗਾ ਜੀ ਇਹ ਸੈਟੋ ਸੈਟੋ 2024। ਅੱਛਾ, ਤੇ ਤੁਹਾਡੇ ਖਰਚੇ ਖੁਰਚੇ ਪੂਰੇ ਹੋਣਗੇ ਜਾਂ ਨਹੀਂ? ਚਲੋ ਕੋਈ ਤੇ ਸਾਡਾ ਕੋਈ ਲਿੱਤਰ ਬੋਲਾ ਕੋਰਾ ਕਰ ਸੀ ਨਾ ਮੋੜਾ। ਤੇ ਇਸ ਤੋਂ ਇਲਾਵਾ ਪਹਿਲੇ ਤੁਸੀਂ ਕਣਕ ਗੰਦਮ ਸੀ ਜਿਹੜੀ ਉਹ ਵੇਚ ਲਈ ਜਾਂ ਪਈ ਹੈ? ਤੁਸੀਂ ਪੁੱਛੋ ਨਾ, ਅੱਲਾ ਖੈਰ ਕਰੇ, ਅਸਾਂ ਘਰੋਂ ਕੱਢ ਦਿੱਤੀ ਆ ਤੇ ਬਸ ਜੀ ਮਹਿਲਾ ਅੱਲਾ ਤੇਰਾ ਭਲਾ ਕਰੇ। ਵੇਲਾ ਕਿੰਨੇ ਨੂੰ ਕਰ ਦਿੱਤੀ ਸਾਈਆਂ ਨੇ, ਸਾਡੇ ਘਰੋਂ ਨਿਕਲ ਗਈ ਜਦੋਂ ਬਸ। ਇੱਧਰ ਸਲਾਬ ਦਾ ਕੀ ਸੂਰਤ ਹਾਲ ਹੈ? ਸਲਾਬ ਅੱਲਾ ਕਰੇ ਸਾਡੇ ਇਲਾਕੇ 'ਚ ਬਹੁਤ ਘੱਟ ਆਉਂਦਾ। ਅੱਛਾ, ਬਚੇ ਹੋਏ ਹੋ ਜਾਣੀ ਕਿ? ਅਸਾਂ ਬਚੇ ਹੋਏ, ਅਸਾਂ ਥੋੜੇ ਜਿਹਾ ਉਤਲੀ ਸਾਈਡ ਤੇ ਆ। ਅੱਛਾ, ਸਾਡੇ ਤੱਕ ਨਹੀਂ ਮਾਰ ਕਰਦਾ। ਕਿੰਨੀ ਕੁ ਦੂਰ ਸਲਾਬ ਰਹਿ ਗਿਆ ਤੁਹਾਡੇ ਤੋਂ? ਸਲਾਬ ਸਾਡੇ ਤੋਂ ਰਹਿ ਗਿਆ 20 ਕਿਲੋਮੀਟਰ ਦੂਰ। ਤੇ ਬਾਰਿਸ਼ਾਂ ਦੀ ਕੀ ਸੂਰਤ ਹਾਲ ਰਹੀ ਹੈ? ਬਾਰਿਸ਼ਾਂ ਬਹੁਤ ਪਈਆਂ ਨੇ ਭਾਈਆ। ਰਾਤੀ ਵੀ ਹੋਈ ਖੜੀ ਆ ਬਾਰਿਸ਼ਾਂ ਨੇ, ਤੁੰਨ ਕੱਢੀ ਖੜੀਆਂ ਨੇ। ਅੱਛਾ ਅੱਛਾ, ਚਲੋ ਜੀ। ਭਾਈ ਨੇ ਆਪਣੇ ਸਾਰੇ ਜਿਹੜੇ ਸੀਗੇ ਗੱਲਬਾਤ ਉਹ ਸਾਡੇ ਨਾਲ ਕੀਤੀ। ਹੁਣ ਮਿਲਦੇ ਹਾਂ ਅਸੀਂ ਇੱਕ ਹੋਰ ਭਾਈ ਨੂੰ ਜਿਹੜੇ ਇਸ ਵਕਤ ਇੱਧਰ ਉੱਤੇ ਉਹਨਾਂ ਨੂੰ ਬਾਲਣ ਫੜਾ ਰਹੇ ਸੀ। ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਜੇ ਤੁਹਾਡੇ? ਠੀਕ ਹੈ ਜੀ, ਅਲਹਮਦੁਲਿਲਾ ਖੈਰੀਅਤ ਜੀ। ਬੜੀ ਮਿਹਨਤ ਹੋ ਰਹੀ ਹੈ ਜੀ। ਮਿਹਨਤ ਕਰਨੀ ਪੈਂਦੀ ਆ ਜੀ, ਰੋਟੀ ਫਿਰ ਕਿੱਥੋਂ ਖਾਣੀ ਆ? ਅੱਛਾ, ਬਾਲਣ ਖੜਾਂਗੇ, ਅੱਗ ਚੁੱਲ੍ਹੇ 'ਚ ਬੱਲੇਗੀ ਤੇ ਕੁਛ ਸ਼ਾਪ ਪੱਕੇਗੀ ਤੇ ਸਾਨੂੰ ਲੱਭੇਗੀ। ਹਾਂ, ਇਹ ਗੱਲ ਤੇ ਤੁਹਾਡੀ ਬਿਲਕੁਲ ਬਜਾ ਹੈ ਜੀ। ਸ਼ਹਿਰੀਆਂ ਦੀ ਗੈਸ ਹੁੰਦੀ ਆ, ਸਾਡੀ ਇਹ ਗੈਸ ਹੈ ਜੀ। ਅੱਛਾ ਅੱਛਾ, ਇਹ ਗਿੱਲਾ ਨਹੀਂ ਹੋਇਆ ਮੀਂਹ ਨਾਲ? ਗਿੱਲਾ ਹੁਣ ਮਜਬੂਰੀ ਆ, ਹੁਣ ਫਿਰ ਕੁਛ ਕਰਨਾ ਤਾਂ ਹੈਗਾ ਨਾ। ਘਰੋਂ ਦੇ ਬਾਲਣ ਖਤਮ ਹੋਇਆ, ਜੇ ਖੜਾਂਗੇ ਤੇ ਘਰ ਦੇ ਰੋਟੀ ਪਕਾ ਕੇ ਦੇਣਗੇ। ਆਪਣਾ ਪੇਸ਼ਾ ਵੀ ਜ਼ਿਮੀਂਦਾਰ ਆ ਜੀ? ਹਾਂਜੀ, ਆਪਣਾ ਪੇਸ਼ਾ ਵੀ ਜ਼ਿਮੀਂਦਾਰ ਆ ਜੀ। ਕੀ ਹਾਲਾਤ ਨੇ ਜ਼ਿਮੀਂਦਾਰ ਦੇ ਇਸ ਵਕਤ? ਹਾਲਾਤ ਜੀ ਪ੍ਰੋਗਰਾਮ ਵੱਧ ਗਿਆ ਹੈ। ਵੜ ਗਿਆ ਪ੍ਰੋਗਰਾਮ? ਕਿਸ ਵਜ੍ਹਾ ਤੋਂ? ਬਸ ਸਾਡੇ ਜ਼ਿਆਦਾ ਨਾ ਮੌਸਮ ਦੀ ਤਬਦੀਲੀ ਦੀ ਵਜ੍ਹਾ ਤੋਂ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਆ। ਅੱਛਾ, ਰਕਬਾ ਪੱਕਾ ਸੀ, ਉਹਦੀ ਵਜ੍ਹਾ ਤੋਂ ਨਰਮੇ ਖਰਾਬ ਹੋ ਗਏ ਆ। ਅੱਛਾ, ਪਹਿਲੇ ਤਾਂ ਜ਼ਿਮੀਂਦਾਰ ਕਹਿ ਰਹੇ ਸੀ ਪਾਣੀ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਕਈ ਠੇਕੇਦਾਰਾਂ ਨੇ ਯਾਨੀ ਕਿ ਜ਼ਮੀਨਾਂ ਛੱਡ ਦਿੱਤੀਆਂ, ਹਾਂਜੀ, ਸਾਈਆਂ ਵੀ ਨਹੀਂ ਵਾਪਸ ਲਈਆਂ। ਹਾਂਜੀ। ਤੇ ਹੁਣ ਕੀ ਹਾਲਾਤ ਨੇ? ਠੇਕੇਦਾਰ ਫੇਰ ਪਛਤਾਉਂਦੇ ਹੁਣ ਪਾਣੀ ਇੰਨਾ ਆ ਗਿਆ ਹੈ? ਨਹੀਂ, ਠੇਕੇਦਾਰ ਅੱਗੇ ਪਾਣੀ ਆ ਨਹੀਂ ਸੀ ਉਦੋਂ ਵੀ ਪਛਤਾਉਂਦੇ ਸੀ, ਹੁਣ ਪਾਣੀ ਬਹੁਤਾ ਹੁਣ ਫੇਰ ਵੀ ਪਛਤਾਉਂਦੇ ਆ। ਤੇ ਅੱਗੇ ਚਲੋ ਨਹਿਰਾਂ 'ਚ ਆਉਂਦਾ ਸੀ, ਹੁਣ ਲੰਮੀਆਂ ਉੱਤੋਂ ਪਾਈ ਜਾਂਦਾ। ਅੱਛਾ, ਜਿਨ੍ਹਾਂ ਨੇ ਹੁਣ ਠੇਕੇ ਤੇ ਰੱਖੀਆਂ ਉਹ ਵੀ ਫੇਰ ਪਛਤਾ ਰਹੇ ਆ? ਨਹੀਂ ਜੀ, ਅਸਾਂ ਤਾਂ ਆਪ ਪਛਤਾ ਰਹੇ, ਅਸਾਂ ਤਾਂ ਨਹੀਂ ਗਾਂ ਰੱਖਦੇ ਜੀ। ਅੱਛਾ, ਤੇ ਕਿੰਨੇ ਏਕੜ ਸੀ ਜੀ ਆਪਾਂ ਲਏ? ਸਾਡੇ ਕੋਲ ਜੀ 32 ਏਕੜ ਸੀ ਜੀ। 32 ਏਕੜ ਚੋਂ ਕਿੰਨਾ ਘਾਟਾ ਆ ਰਿਹਾ ਹੁਣ? ਬਸ ਇੰਨਾ ਹੀ ਆ ਰਿਹਾ, 32 ਲੱਖ ਹੀ ਲਾ ਲਓ। ਅੱਛਾ, ਹਾਂਜੀ, ਜਿੰਨੇ ਏਕੜ ਉਹਨੇ ਲੱਖ ਜੀ? ਹਾਂਜੀ। ਕਣਕ ਅਸਾਂ ਵੇਚ ਲਈ ਆ 2200 ਨੂੰ, ਹੁਣ ਹੋ ਗਈ ਆ 3200 ਨੂੰ। ਉਦੋਂ ਗਰੀਬ ਨੂੰ ਰੋਟੀ ਦੇਣੀ ਸੀ 14 ਰੁਪਏ। ਹਾਂਜੀ, ਤੇ ਹੁਣ ਗਰੀਬ ਨੂੰ ਰੋਟੀ ਕਿੱਧਰ ਜਾਣੀ, ਹੁਣ ਕਿੱਥੋਂ ਦੇਣੀ ਆ? ਅੱਛਾ ਅੱਛਾ, ਇਹ ਤੇ ਹੁਣ ਗਵਰਨਮੈਂਟ ਦੇ ਕੰਮ ਨੇ ਜੀ। ਬਸ ਜੀ, ਅੱਲਾ ਹੀ ਹਾਫਾ ਜੀ, ਕੀ ਕਹਿ ਸਕਨੇ ਆ ਜੀ। ਹੁਣ ਗਵਰਨਮੈਂਟ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸਾਂ ਕੁਛ ਨਹੀਂ ਕਹਿਣਾ ਚਾਹੁੰਦੇ ਜੀ। ਯਾਨੀ ਕਿ ਜ਼ਿਮੀਂਦਾਰ ਨੂੰ ਹਰ ਪਾਸੋਂ ਥੋਕ ਹੀ ਲੱਗ ਰਿਹਾ ਹੈ? ਥੋਕ ਨਹੀਂ, ਨਾਲ ਤੇਲ ਵੀ ਲੱਗ ਰਿਹਾ ਜੀ। ਅੱਛਾ, ਉਹ ਕਿਸ ਹਾਂਜੀ। ਤਰ੍ਹਾਂ ਜੀ? ਕਿਸ ਤਰ੍ਹਾਂ ਜੀ, ਹੁਣ ਹਰ ਪਾਸੋਂ ਹੀ ਮਾਰ ਆ ਰਹੀ ਹੈ। ਨਰਮੇ ਦੀ ਫਸਲ ਉਹ ਵੀ ਖਰਾਬ ਹੈ, ਕਣਕ ਉਹ ਰੇਟ ਕੋਈ ਨਹੀਂ ਹੈਗਾ। ਖਾਦ ਹੁਣ ਕਣਕ 3000 ਨੂੰ ਹੋਈ ਹੈ ਤੇ ਖਾਦ ਨਾਲੇ ਨਾਈਟ੍ਰੋਫਾਸ DAP 'ਚ 1000 1200 ਰੁਪਈਆ ਜਿਹੜਾ ਉਹਨਾਂ ਨੇ ਰੇਟ 'ਚ ਇਜ਼ਾਫਾ ਕਰਤਾ। ਯਾਨੀ ਕਿ ਜਿਹੜੀ ਤੁਹਾਡੀ ਜਿਨਸ ਹੁੰਦੀ ਹੈ ਉਹਦਾ ਕੋਈ ਰੇਟ ਨਹੀਂ, ਅਗਰ ਤੁਸੀਂ ਲੈਣ ਜਾਂਦੇ ਹੋ ਤੇ
ਉਹਦਾ ਰੇਟ ਇੰਨਾ ਕਿ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਂਦੇ ਹੋ। ਹਾਂਜੀ, ਹੁਣ ਇੱਕ ਸਪਰੇਅ ਕਰੀਏ ਜੀ 1 ਕਿੱਲੇ ਨੂੰ ਤਾਂ 4000 ਰੁਪਇਆ ਖਰਚਾ ਹੁੰਦਾ ਜੀ। 500 ਰੁਪਇਆ ਜਿਹੜਾ ਕਰਨ ਵਾਲਾ ਲੈ ਲੈਂਦਾ ਜੀ। 4500 ਚ ਇੱਕ ਸਪਰੇਅ ਹੋ ਰਹੀ ਹੈ ਜੀ 1 ਏਕੜ ਦੀ। ਤੇ ਹੁਣ 7ਵੀਂ ਸਪਰੇਅ ਆ ਜੀ ਤੇ ਨਰਮੇ ਦੀ ਸਾਨੂੰ ਉਮੀਦ ਨਹੀਂ ਹੈਗੀ ਕਿ 10 ਮਣ ਵੀ ਹੋ ਜੇ। ਅੱਛਾ, ਤੁਸੀਂ ਇਸ ਤਰ੍ਹਾਂ ਕਰੋ ਨਾ ਜ਼ਿਮੀਂਦਾਰਾ, ਫਿਰ ਛੱਡ ਦਿਓ, ਕੋਈ ਹੋਰ ਕੰਮ ਕਰ ਲਓ। ਤੇ ਭਾਜੀ ਹੁਣ ਹੈ ਹੀ ਸਾਡੇ ਨਸੀਬਾਂ 'ਚ ਹੱਡਾਂ 'ਚ ਰਚ ਗਿਆ, ਸਾਨੂੰ ਹੋਰ ਕੋਈ ਕੰਮ ਹੀ ਨਹੀਂ ਹੁੰਦਾ। ਹੁਣ ਫਿਰ ਕੀ ਕਰੀਏ। ਕਿਸਾਨ ਭਾਈ ਦੱਸ ਰਹੇ ਸੀ ਕਿ ਅਸੀਂ ਜ਼ਿਮੀਂਦਾਰਾਂ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਸਕਦੇ, ਕਿਉਂਕਿ ਇਸ ਤੋਂ ਇਲਾਵਾ ਸਾਨੂੰ ਹੋਰ ਕੋਈ ਕੰਮ ਕਰਨਾ ਹੀ ਨਹੀਂ ਆਉਂਦਾ। ਸਾਡਾ ਸਾਰਾ ਦਾਰੋਮਦਾਰ ਜਿਹੜਾ ਇਸ ਜ਼ਿਮੀਂਦਾਰੇ 'ਤੇ ਹੀ ਹੈ। ਅਗਰ ਫਸਲ ਚੰਗੀ ਨਾ ਹੋਏਗੀ ਤਾਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ। ਯਾਨੀ ਕਿ ਅਗਰ ਕੋਈ ਅਸੀਂ ਸ਼ਾਦੀ ਵਿਆਹ ਕਰਨਾ ਬੱਚੀ ਦਾ ਜਾਂ ਬੱਚੇ ਦਾ, ਤੇ ਇਹੀ ਸੋਚ ਰੱਖਿਆ ਹੁੰਦਾ ਕਿ ਫਸਲ ਚੰਗੀ ਹੋਏਗੀ ਤੇ ਅਸੀਂ ਫੇਰ ਹੀ ਕਰਾਂਗੇ। ਅਗਰ ਕੋਈ ਮਕਾਨ ਵਗੈਰਾ ਤਿਆਰ ਕਰਨਾ ਤਾਂ ਫਿਰ ਵੀ ਅਸੀਂ ਇਹੀ ਸੋਚਿਆ ਹੁੰਦਾ ਕਿ ਫਸਲ ਚੰਗੀ ਹੋਏਗੀ ਤੇ ਫੇਰ ਕਰਾਂਗੇ। ਸਾਨੂੰ ਲੇਕਿਨ 6 ਮਹੀਨਿਆਂ ਬਾਅਦ ਪਤਾ ਲੱਗਦਾ ਕਿ ਸਾਨੂੰ ਤੇ ਪੱਲਿਓਂ ਦੇਣੇ ਪੈ ਗਏ, ਘਾਟਾ ਪੈ ਗਿਆ ਹੈ। ਜ਼ਿਮੀਂਦਾਰਾਂ ਦਾ ਇਹ ਕਹਿਣਾ ਕਿ ਅਸੀਂ ਬਹੁਤ ਸਖਤ ਮਿਹਨਤ ਕਰਦੇ ਹਾਂ, ਫਿਰ ਵੀ ਗੌਰਮੈਂਟ ਪਤਾ ਨਹੀਂ ਸਾਡੇ ਨਾਲ ਕਿਉਂ ਨਾਇਨਸਾਫੀ ਕਰ ਰਹੀ ਹੈ।